फगवाड़ा में अलग अलग जगहों पर मनाया गया दशहरा। फगवाड़ा के ओंकार नगर में विवाद होते हुए बचा। युवा विकास मोर्चा के पंजाब प्रधान अनु सहोता ने प्रशासन पर लगाए गंभीर आरोप। एनडीटीवी पंजाब न्यूज़ के लिए फगवाड़ा से यश शर्मा की रिपोर्ट। बाबा जी साडे मंच का बहुत ही अच्छा कलाकार जिन्हें बाखूबी महाराज विश्वामित्र पंजाब च बाहर आ जाओ। अगला सीन साडा बड़ा इंपॉर्टेंट बलदेव शर्मा में ऐसे दिखाई नहीं दे रहे थे कि रावण बद हो गया तो क्यों है जमाने की पीछे हट जाओ जरा। ਆ ਬੈਨਰ ਲਾਉਣ ਦਾ ਕੋਈ ਮਤਲਬ ਨਹੀਂ ਹੈ। ਲੜਾਈ ਕਰਨ ਵਾਲਾ ਕੰਮ ਕਰਨ ਦੇ ਤੁਸੀਂ ਲੜਾਈ ਵਾਲਾ ਕੰਮ ਕਰਨ ਦੇ ਆ ਭਾਜੀ ਜਦੋਂ ਰਾਤੀ ਗੱਲ ਹੋ ਗਈ ਰਾਤੀ ਡਿਪਟੀ ਗੱਲ ਸਾਹਿਬ ਨਹੀਂ ਦੀ ਜਦੋਂ ਐਸਡੀਐਮ ਨੇ ਪਰਮਿਸ਼ਨ ਦਿੱਤੀ ਪਰਸੋਂ ਦੀ ਤਾਂ ਅਸੀਂ ਤੁਸੀਂ ਰਾਤੀ ਸਾਨੂੰ ਦੱਸ ਦੇਣਾ ਸੀਗਾ ਅਸੀਂ ਆਉਣਾ ਨਹੀਂ ਸੀ ਵੇਚਣਾ ਨਹੀਂ ਸੀਗਾ। ਦੱਸਿਆ ਸੀ ਮੈਂ ਮੈਂ ਤੁਹਾਨੂੰ ਦੱਸਿਆ ਸੀ ਮੈਂ ਭਾਜੀ ਆਣ ਕੇ ਦੱਸ ਕੇ ਗਿਆ ਮੈਂ ਕਿਹਾ ਵੀ ਇੱਥੇ ਬੇਨਤੀ ਜਿਹਨੂੰ ਪਰਮਿਸ਼ਨ ਮਿਲੀ ਉਹੀ ਦੱਸਿਆ ਭਾਜੀ ਬੇਨਤੀ ਇਹ ਆ ਵੀ ਜੇ ਰਾਤੀ ਪਰਮਿਸ਼ਨ ਹੋ ਗਈ ਸੀ ਫਿਰ ਰਾਤੀ ਆਪਾਂ ਬੈਠਣਾ ਨਹੀਂ ਸੀਗਾ। ਧਾਰਮਿਕ ਪ੍ਰੋਗਰਾਮ ਹੈ ਖਰਾਬ ਨਾ ਕਰੋ। ਨਹੀਂ ਭਾਜੀ ਮੈਂ ਤੁਹਾਨੂੰ ਰਿਕਵੈਸਟ ਕਰਨ ਮੈਂ ਨਹੀਂ ਭਾਜੀ ਮੇਰੀ ਧਾਰਮਿਕ ਪ੍ਰੋਗਰਾਮ ਖਰਾਬ ਕਰਨ ਦੇ ਅਸੀਂ ਹਰ ਗੱਲਾਂ ਤੇ ਕਾਪੀ ਉਹਨਾਂ ਨੂੰ ਪਰਮਿਸ਼ਨ ਮਿਲੀ ਹੋਈ ਹੈ ਜੇ ਤੁਹਾਨੂੰ ਨਹੀਂ ਹੁੰਦੀ ਫਿਰ ਜਾਂ ਤਾਂ ਭਾਜੀ ਸਾਨੂੰ ਵੀ ਦੱਸ ਦਿੰਦੇ ਕਿ ਪਰਮਿਸ਼ਨ ਅਸੀਂ ਵੀ ਅਪਲਾਈ ਕੀਤੀ ਦੱਸਿਆ ਹੋਇਆ ਇਹਨਾਂ ਨੇ। ਭਾਜੀ ਰਾਤੀ ਗੱਲ ਹੋਈ ਸੀ ਅਸੀਂ ਰਾਵਣ ਮੇਰੀ ਗੱਲ ਸੁਣੋ ਭਾਜੀ 2 ਘੰਟੇ ਲਾਈਨ ਨਹੀਂ ਤਾਂ ਸਟੇਜ ਨਹੀਂ ਲੱਗ ਸਕਦੀ ਜਾਂ ਕੁਝ ਵੀ ਨਹੀਂ ਲੱਗ ਸਕਦਾ ਇਹ ਤਾਂ ਨਹੀਂ ਗੱਲ ਹੋ ਜਾਂਦੀ। ਸਟੇਜ ਤਾਂ ਬਾਹਰ ਵੀ ਲੱਗ ਸਕਦੀ ਹੈ। ਸਟੇਜ ਲਾ ਲਓ ਫਿਰ ਹਾਂ ਭਾਜੀ ਲਾਓ ਫਿਰ ਲਾਓ ਸਟੇਜ ਅਸੀਂ ਕੋਈ ਨਹੀਂ ਜੇ ਕਾਰਵਾਈ ਬਣਦੀ ਕਰ ਦਾਂਗੇ ਬਿਨਾ ਪਰਮਿਸ਼ਨ ਤੋਂ ਜੇ ਸਟੇਜ ਲਾਓਗੇ ਕਿਉਂ ਨਹੀਂ ਪਰਮਿਸ਼ਨ ਵਾਲੀ ਗੱਲ ਬਿਨਾ ਪਰਮਿਸ਼ਨ ਤੋਂ ਲਾ ਨਹੀਂ ਸਕਦੇ। ਕਮੈਂਟਮੈਂਟ ਹੋਈ ਰਾਤੀ ਤੁਸੀਂ ਆਪ ਆਈ ਦਿੱਤੀ ਆ ਵੀ ਸਾਰਾ ਕੰਮ ਪਰਮਿਸ਼ਨ ਕਾਹਦੇ ਲਈ ਬਣ ਗਈ ਆ ਜੇ ਕਹਿੰਦੇ ਪਰਮਿਸ਼ਨ ਦੀ ਲੋੜ ਨਹੀਂ ਸਟੇਜ ਲਾਉਣ ਦੀ ਪਰਮਿਸ਼ਨ ਦੀ ਗੱਲ ਨਹੀਂ ਹੋਈ ਸੀਗੀ ਪਰਮਿਸ਼ਨ ਦੀ ਗੱਲ ਨਹੀਂ ਹੋ ਗਈ ਆਪਣੀ ਸਾਰੇ ਦੋਵਾਂ ਤਰ੍ਹਾਂ ਦੀ ਤੁਸੀਂ ਵਿੱਚ ਬਹਿ ਕੇ ਟਾਈ ਅਪ ਕਰ ਦਿੱਤਾ ਭਾਜੀ। ਜਿਹੜੀ ਉਹਨੇ ਮੰਨੀ ਪਰਮਿਸ਼ਨ ਦਿੱਤੀ ਆ ਅਸੀਂ ਉਹਨੂੰ ਮੰਨਣਾ ਨਹੀਂ ਭਾਜੀ ਇਹ ਤਾਂ ਫਿਰ ਤੁਸੀਂ ਧੱਕਾ ਕਰਦੇ ਨਹੀਂ ਅਸੀਂ ਧੱਕਾ ਨਹੀਂ ਕਰਦੇ ਭਾਈ ਇਹ ਗੱਲ ਗਲਤ ਆ। ਇਹਦਾ ਮਤਲਬ ਡਿਪਟੀ ਸਾਹਿਬ ਤੁਸੀਂ ਬੈਠੇ ਤੁਹਾਡੇ ਕੋਲ ਬੈਠ ਕੇ ਸਾਰੀ ਕੰਪਰਮਾਈਜ਼ ਹੋਇਆ ਫਿਰ ਇਹ ਤਾਂ ਗੱਲ ਹੀ ਨਹੀਂ ਬਣੀ। ਰਲ ਕੇ ਮੰਨਣ ਨੂੰ ਕਿਹਾ ਨਾ ਤੁਸੀਂ ਰਲ ਕੇ ਹੁਣ ਰਾਤ ਤੁਹਾਨੂੰ ਕਿਹਾ ਸੀ ਆਪਸ ਵਿੱਚ ਬਹਿ ਕੇ ਕਰ ਲਓ ਪਰ ਤੁਸੀਂ ਨਹੀਂ ਕੋਈ ਗੱਲ ਹੋਈ ਸਵਾਲ ਬਾਤ ਰਹੇ ਸਾਡੀ ਉਹਨਾਂ ਲਿਸਟ ਦੇਖੀ ਆ ਕਹਿੰਦੇ ਠੀਕ ਹੈ ਜੀ ਤੁਸੀਂ ਕਰ ਲਓ ਜੋ ਤਾਂ ਖਰਚਾ ਹੋਵੇ ਤਾਂ ਖਰਚਾ ਕਰਨ ਵਿੱਚ ਮੰਨ ਗਏ ਕਮੈਂਟਮੈਂਟ ਹੋਈ ਆ ਇਹੀ ਗੱਲ ਹੋਈ ਆ ਤਾਂ ਖਰਚਾ ਹੋਊਗਾ ਤੁਹਾਡੀ ਆਪਣੀ ਬਾਈਟ ਅਗਲੇ ਨੇ ਕੋਈ ਸਟੈਂਡ ਨਹੀਂ ਆਇਆ ਮੈਂ ਤੁਹਾਨੂੰ ਕਿਹਾ ਸੀ ਰਾਮ ਲਿਆਉਣ ਨੂੰ ਮੇਰੀ ਬਾਈਟ 'ਚ ਸੁਣਿਆ ਤੂੰ ਤੈਨੂੰ ਕਿਹਾ ਮੈਂ ਭਾਜੀ ਰਾਮ ਲਿਆਉਣ ਨੂੰ ਕਿਹਾ ਸੀ ਭਾਜੀ ਦਾ ਕੋਈ ਰੋਲ ਭਾਜੀ ਦਾ ਨਹੀਂ ਯਾਰ ਆਪਣਾ ਕੋਈ ਗੱਲ ਮੇਰੀ ਗੱਲ ਸੁਣੋ ਭਾਜੀ ਰਾਵਣ ਜਾਂ ਕੁੰਭ ਕਰਨ ਉਹ ਪਏ ਪਿੱਛੇ ਛੱਡ ਦਿੱਤਾ ਇਸ ਗੱਲ ਨੂੰ ਚੈਪਟਰ। ਹੁਣ ਸਟੇਜ ਲੱਗਣ ਲੱਗਾ ਉਹਨਾਂ ਨੇ ਲਾਤੀ ਫਲੈਕਸ ਲੱਗੀ ਇਸ ਤੋਂ ਉੱਪਰ ਆਪਾਂ ਕੁਝ ਨਹੀਂ ਆਪਾਂ ਤੁਹਾਡੇ ਅੱਗੇ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਸਾਡੇ ਸਤਿਕਾਰਯੋਗ ਆ ਤੁਸੀਂ ਸ਼ਹਿਰ ਦੇ ਮਾਲਕ ਆ। ਜਦੋਂ ਤੁਸੀਂ ਕਹਿ ਤੱਕ ਨਹੀਂ ਸਾਡਾ ਕੋਈ ਸਾਡੇ ਨਾਲ ਕੰਪਰਮਾਈਜ਼ ਨਹੀਂ ਹੋਇਆ ਪਰ ਸਾਨੂੰ ਇਹ ਤਾਂ ਧਾਰਮਿਕ ਸਥਾਨ ਦੇ ਵਿੱਚ ਹੁਣ ਜੇ ਧਾਰਮਿਕ ਸਥਾਨ ਹੈ ਇਹਨੂੰ ਜੇ ਸਟੇਜ ਲੱਗਣ ਲੱਗੀ ਹੈ ਫਲੈਕਸ ਲੱਗਣ ਲੱਗੀ ਆਪਾਂ ਲਵਾ ਨਹੀਂ ਸਕਦੇ ਭਾਜੀ। ਅਸੀਂ ਨਹੀਂ ਦੁਸ਼ਹਿਰਾ ਮਨਾਉਂਦੇ ਮਨਾ ਲੈਂਦੇ ਉਹਨਾਂ ਨੂੰ। ਇਹੀ ਗੱਲ ਆ ਨਾ ਤੁਹਾਡੀ ਤਾਂ ਇਹੀ ਗੱਲ ਆ।
ਮਨਾ ਲੈਣ ਦਿਓ, ਅਸੀਂ ਨਹੀਂ ਇੰਟਰਫੇਅਰ ਕਰਦੇ। ਪਰ ਸਟੇਜ ਤੇ ਫਲੈਕਸ ਨੂੰ ਪਲੀਜ਼ ਇੱਦਾਂ ਦਾ ਨਾ ਕਰੋ। ਸਟੇਜ ਆ ਪਿੱਛੇ ਲਾਓ, ਪਿੱਛੇ ਲਾਉਣੀ ਸਟੇਜ ਨਹੀਂ ਭਾਜੀ, ਇਹ ਤੁਹਾਡੇ ਜਿਹੜੀ ਪਰਮਿਸ਼ਨ ਚਾਹੀਦੀ ਸਾਨੂੰ। ਠੀਕ ਹੈ ਜੀ, ਹੁਣ ਮੁੱਕਰ ਗਏ ਨਾ, ਸਾਡੀ ਸਟੇਜ ਤੇ ਚਾਕੀ ਚੜਨ ਦੇ ਰਹੇ ਆ, ਨਾ ਸਾਨੂੰ ਚੜਨ ਦੇ ਰਹੇ ਆ, ਨਾ ਚੜੋ ਦੀ ਸਟੇਜ ਤੇ ਮੈਂ ਨਾ ਚਲੋ ਹਨਾ। ਤੇ ਉਹ ਕੱਲੇ ਨੂੰ ਚੜ ਕੇ ਗਿਆ ਨਾ ਜੀ। ਹਾਂ ਮੈਂ ਕਰਦਾ ਕਰੋ ਤੁਸੀਂ ਕਰੋ, ਗੱਲ ਹੋਈ ਜਾਂ ਤੁਹਾਡੀ ਰਾਤੀ ਜੋ ਗੱਲ ਉਹ ਕਰੋ। ਰਾਮ ਦੇ ਪੋਸਟਰ ਲੱਗੂਗਾ, ਬਸ ਉਹਦੇ ਹੇਠ ਸਾਰਾ ਕੁਝ ਹੋਣਾ ਪ੍ਰੋਗਰਾਮ। ਮੁੜ ਕੇ ਉਹਨਾਂ ਨੇ ਆਪਣਾ ਪੋਸਟਰ ਲਾ ਦਿੱਤਾ। ਕਿਉਂ ਜਾਂ ਮਨਾ ਕੀਤਾ ਨਹੀਂ ਲਾਇਆ ਵੇ, ਕਿਉਂ ਲਾਇਆ ਪਤਾ ਨਹੀਂ, ਕਹਿੰਦੇ ਕੋਈ ਗੱਲ ਨਹੀਂ, ਉਹਨੇ ਨਹੀਂ ਪਰਮਿਸ਼ਨ ਨਹੀਂ ਗੱਲ ਤੇ ਯਾਰ ਕੱਲਾ ਰਾਮ ਦਾ ਰਾਤੀ ਡਿਪਟੀ ਨੇ ਕਿਹਾ ਕੱਲੇ ਲਾਣਾ ਰਾਮ ਦੇ ਨਾਂ ਤੇ ਬਿਲਕੁਲ ਸਹੀ ਹੋਈ ਵੈਸਾ ਹੈ। ਹਾਂ ਮੁੜ ਕੇ ਹੁਣ ਦੇਖ ਲਓ ਪੋਸਟਰ ਲਾਤਾ ਉਹਨਾਂ ਨੇ ਆਪਣਾ। ਜੋ ਮੰਨ ਲਓ ਆਓ ਵੀ ਉਹ ਵੀ ਲਵਾਓ, ਬਹੁਤ ਜਗ੍ਹਾ ਸਾਹਮਣੇ ਲਾਏ ਲਾਓ ਵੀ ਉਹ ਵੀ ਲਾ ਦਿਓ। ਇਹ ਵੀ ਲਾ ਦਿੰਦੇ ਆਪਾਂ। ਅਸੀਂ ਲਾ ਦੇਣਾ, ਅਸੀਂ ਲਾਇਆ ਸੀਗਾ। ਅਸੀਂ ਲਾਇਆ ਸੀਗਾ, ਅਸੀਂ ਤਾਂ ਲਾਇਆ ਨਹੀਂ ਹੁਣ ਆਪਾਂ ਹੁਣ ਆਇਆ ਆਪਾਂ ਇਹ ਗੱਲ ਤਾਂ ਫੇਕ ਜਿਹੜੀ ਚੀਜ਼ ਤੁਹਾਡੇ ਨਾਲ ਰਾਤੀ ਜੋ ਪੈਦਾ ਹੋਈ ਮਿੰਟ ਉਹ ਕਵਾਤਰਾ ਜੀ ਨਾਲ ਬਾਈਟ ਹੋਈ ਆ, ਬਿਲਕੁਲ ਬਕਾਇਦਾ ਸਾਰੀ ਬਾਈਟ ਹੋਈ ਆ। ਅੱਜ ਇਹ ਸਭ ਕੁਝ ਤੁਹਾਡੇ ਹਜੂਰ 'ਚ ਬਹਿ ਕੇ ਸਾਡੇ ਸਾਹਮਣੇ ਬੈਠ ਕੇ ਇਹ ਸਾਰੇ ਕੰਪਰਮਾਈਜ਼ ਮੰਨ ਗਏ। ਜਾਂ ਤਾਂ ਅਸੀਂ ਮੁੱਕਰੇ ਹੋ ਫਿਰ ਤਾਂ ਗੱਲ ਤੇ ਅੱਜ ਇਹ ਸਿੱਧਾ ਮੁੱਕਰਦੇ ਪਏ ਨਹੀਂ ਜੀ, ਅਸੀਂ ਬੈਠਣ ਨਹੀਂ ਦੇਣਾ, ਅਸੀਂ ਸਟੇਜ 'ਤੇ ਨਹੀਂ ਚੜ੍ਹਨ ਦੇਣਾ, ਅਸੀਂ ਫਲੈਕਸਾਂ ਵੀ ਲਾਉਣੀਆਂ, ਅਸੀਂ ਪੁਤਲੇ ਨਹੀਂ ਲਾਉਣੇ। ਇਹ ਤਾਂ ਲਿਆ ਹੈਗਾ ਇਹ ਸਟੇਜ 'ਤੇ ਨਹੀਂ ਚੜ੍ਹਨ ਦੇਣਾ। ਇਹ ਤੁਹਾਡਾ ਜੀ ਉਹ ਕਿਹੜਾ ਇਹਨਾਂ ਦਾ ਲੀਡਰ ਆ, ਕੋਈ ਪਤਾ ਨਹੀਂ ਕੌਣ ਨਹੀਂ, ਰਵਿੰਦਰ ਗੁਪਤਾ। ਫਿਰ ਉਹਨੇ ਫਲੈਕਸ ਦਾ ਕਹਿਤਾ, ਅਸੀਂ ਕਿਹਾ ਯਾਰ ਕੀਤੀਆਂ ਲੁਧਿਆਣੇ ਤੋਂ ਬੰਦੇ ਆਏ, ਪੈਸੇ ਖਰਚੇ ਹੋਏ ਆ, ਉਹ ਬਿਠਾਏ ਮੰਦਰ 'ਚ ਬੈਠੇ ਸਰ, ਸਾਹਮਣੇ ਵਾਲੇ ਮੰਦਰ 'ਚ ਬੈਠੇ। ਨਹੀਂ ਤੁਸੀਂ ਮੈਨੂੰ ਐਂ ਦੱਸੋ ਵੀ ਅਸੀਂ ਤੁਹਾਡੇ ਲਈ ਜ਼ੋਰ ਲਾਇਆ ਨਹੀਂ ਤੁਸੀਂ ਤੁਹਾਡਾ ਵੀ ਇਕੱਠੇ ਬਣ ਜੂਗੇ। ਹੁਣ ਜੇ ਅਗਲੇ ਨਹੀਂ ਮੰਨਦੇ, ਹੁਣ ਅਸੀਂ ਉਹਨਾਂ ਨਾਲ ਧੱਕਾ ਨਹੀਂ ਨਾ ਕਰ ਸਕਦੇ। ਇਹ ਤਾਂ ਸਪਸ਼ਟ ਜੇ ਤੁਹਾਡੇ ਕੋਲ ਪਰਮਿਸ਼ਨ ਹੁੰਦੀ ਨਹੀਂ। ਮੇਰੀ ਗੱਲ ਸੁਣੋ, ਹੁਣ ਆਪਾਂ ਕੱਲ ਬੜਾ ਵਧੀਆ ਬੈਠੇ ਹਾਂ, ਠੀਕ ਹੈ। ਆਪਾਂ ਸਾਰਿਆਂ ਨੇ ਇਹੀ ਮਤਾ ਪਕਾਇਆ ਸੀ ਵੀ ਆਪਾਂ ਇੱਥੇ ਲੜਾਈ ਨਹੀਂ ਕਰਨੀ, ਠੀਕ ਹੈ ਨਾ। ਹੁਣ ਇਹ ਗੱਲ ਹੈ ਕਿ ਜੇ ਕੱਲ ਨੂੰ ਤੁਹਾਡੇ ਕੋਲ ਪਰਮਿਸ਼ਨ ਹੁੰਦੀ, ਉਹ ਇਦਾਂ ਕਰਦੇ, ਫਿਰ ਤੁਸੀਂ ਸਾਡੇ ਤੋਂ ਕੀ ਐਕਸਪੈਕਟ ਕਰਦੇ ਦੱਸੋ? ਪਿਛਲੀ ਵਾਰ ਵੇਖਦੇ ਹੋਏ ਸਰ, ਪਿਛਲਾ ਨਹੀਂ ਮੈਨੂੰ ਪਤਾ ਨਾ, ਮੈਨੂੰ ਹੁਣ ਦੀ ਗੱਲ ਦੱਸੋ। ਜੇ ਤੁਹਾਡੇ ਕੋਲ ਪਰਮਿਸ਼ਨ ਹੁੰਦੀ, ਮੇਰੀ ਗੱਲ ਸੁਣੋ ਸਰ, ਮੈਂ ਇੰਨੀ ਨਹੀਂ, ਮੈਂ ਪਿਛਲੇ ਸਾਹਮਣੇ ਰਾਤੀ ਜਿਹੜਾ ਕੁਝ ਕਿਹਾ ਉਹਦੇ ਯਾਰ ਛੱਡ ਯਾਰ, ਰਾਤ ਦੀ ਵੀ ਗੱਲ ਛੱਡ ਦੇ, ਹੁਣ ਛੱਡ ਦੇ ਬਸ। ਤੂੰ ਸਿੰਪਲ ਜੀ ਗੱਲ ਦੱਸ, ਜੇ ਤੇਰੇ ਕੋਲ ਪਰਮਿਸ਼ਨ ਹੁੰਦੀ ਤੂੰ ਸਾਡੇ ਤੋਂ ਕੀ ਐਕਸਪੈਕਟ ਕਰਦਾ, ਇਹ ਦੱਸ ਦੇ। ਪਰਮਿਸ਼ਨ ਲਈ ਪ੍ਰੋਸੀਜਰ ਬੋਲੋ ਜਿਹੜਾ ਜੀ, ਫੋਲੋ ਕਰਨਾ ਸਾਰਾ ਤੁਹਾਡਾ ਨਾਮ ਵੱਜਦਾ ਨਾ, ਮੈਨੇ ਫੋਲੋ ਕੀਤਾ ਸੀ। ਮੋਨੂ ਸਰਵਟੇ ਦਾ ਹੀ ਚੱਲ ਰਿਹਾ ਨਾ, ਵੀ ਮੋਨੂ ਸਰਵਟੇ ਨਹੀਂ, ਮੋਨ ਸਰਵਟੇ ਨਾਲ ਮੇਰੀ ਸੰਸਥਾ ਵੀ ਹੈਗੀ, ਸੰਗਠਨ ਵੀ ਹੈਗਾ। ਸੰਗਠਨ ਵੀ ਹੈਗਾ, ਪਰ ਮੈਂ ਹੁਣ ਤੁਹਾਨੂੰ ਸਾਰਿਆਂ ਨੂੰ ਕਹਿ ਰਿਹਾ ਨਾ, ਸਾਰਿਆਂ ਨੂੰ ਕਹਿ ਰਿਹਾ, ਦੱਸੋ ਤੁਸੀਂ ਸਪੋਕਸਮੈਨ ਹੋ ਨਾ, ਬੋਲੋ। ਜੇ ਤੁਹਾਡੇ ਕੋਲ ਸਿੰਪਲ ਜੀ ਗੱਲ, ਹੋਰ ਕੁਝ ਨਹੀਂ ਮੈਂ ਕਹਿਣਾ ਤੁਹਾਨੂੰ, ਜੇ ਤੁਹਾਡੇ ਕੋਲ ਪਰਮਿਸ਼ਨ ਹੁੰਦੀ, ਜੇ ਦੂਜੀ ਪਾਰਟੀ ਇਦਾਂ ਕਰਦੀ, ਸਾਡੇ ਤੋਂ ਕੀ ਐਕਟ, ਅਸੀਂ ਕੰਪਰੋਮਾਈਜ਼ ਕਰਦੇ ਹਾਂ, ਕੰਪਰੋਮਾਈਜ਼ ਕਰਦੇ ਮਹੱਲੇ ਕਰਕੇ, ਉਹ ਨਹੀਂ ਕਰ ਰਹੇ, ਦੱਸੋ। ਚਲੋ ਭਾਜੀ ਜੇ ਕਰ ਰਹੇ ਡਿਪਟੀ ਸਾਹਿਬ, ਹੁਣ ਅਸੀਂ ਮਹੱਲੇਦਾਰੀ ਆ, ਚਾਹੁੰਦੇ ਹੋ ਤੁਸੀਂ ਇਹ ਚਾਹੁੰਦੇ ਬੰਦੇ ਆ ਨਹੀਂ ਭਾਜੀ ਧੱਕਾ ਨਹੀਂ ਨਾ ਤੁਸੀਂ ਕਰੋ। ਜੇ ਸਾਡੇ ਵੱਲੋਂ ਕੋਈ ਹੁੱਲੜਬਾਜੀ, ਸਾਡੀ ਟੀਮ ਵੱਲੋਂ ਕੋਈ ਹੁੰਦੀ, ਤੁਹਾਡੇ ਪ੍ਰਸ਼ਾਸਨ ਦੇ ਨਾਲ ਕੋਈ ਇਹੋ ਜਿਹੀ ਹੁੰਦੀ ਆ, ਅਸੀਂ ਮੁਰਜਰਾਮਾ, ਤੁਸੀਂ ਪਰਚਾ ਕਰੋ, ਠੋਕ ਕੇ ਕਰੋ, ਅਸੀਂ ਤੁਹਾਡੇ ਨਾਲ। ਪਰ ਜੇ ਸਾਡੇ ਵੱਲੋਂ, ਜੇ ਹੁਣ ਤੁਸੀਂ ਸਟੇਜ ਲਾਉਣ ਤੋਂ ਵੀ ਕਹਿ ਰਹੇ ਆ, ਅਸੀਂ ਸ਼ਾਇਦ ਇੱਥੇ ਕੋਈ ਲੰਗਰ ਲਾਉਣਾ ਹੋਵੇ ਜਾਂ ਪਾਣੀ ਦਾ ਲਾਉਣਾ ਹੋਵੇ ਜਾਂ ਝਾਕੀਆਂ ਦਾ, ਇੱਥੋਂ ਥੋੜੀ ਭਾਜੀ ਰੋਕ ਸਕਦੇ। ਹਾਂ ਭਾਜੀ, ਨਹੀਂ ਭਾਜੀ ਅਸੀਂ ਨਹੀਂ ਲੱਗਦਾ ਸਪੀਕਰ ਜੀ, ਛੱਡੋ, ਅਸੀਂ ਸਪੀਕਰ ਵੀ ਨਹੀਂ ਲਾਉਂਦੇ। ਨਹੀਂ ਹੋਏਗੀ ਜੋ ਉਸ ਕਾਰਜਕ੍ਰਮ ਦੀ ਕਲਰ ਪਾਊਗੀ। ਜੇ ਤੁਸੀਂ ਉੱਥੇ ਲੰਗਰ ਲਾਣਾ ਬੇਸ਼ੱਕ ਲਾ ਲਓ, ਲੰਗਰ ਨੂੰ ਤੁਹਾਨੂੰ ਕੋਈ ਮਨਾ ਭਾਜੀ ਜਿਹੜੀਆਂ ਸਾਡੀਆਂ ਫਿਰ ਝਾਕੀਆਂ ਆਈਆਂ ਵੀ ਤੁਹਾਡੇ ਕੰਪਰਮਾਈਜ਼ ਨਾਲ, ਅਸੀਂ ਉਹ ਮਤਲਬ ਅਸੀਂ ਹੁਣ ਨਹੀਂ ਅਸੀਂ ਕਦੋਂ ਕਿਹਾ ਤੁਹਾਨੂੰ ਝਾਕੀ ਲਿਆਓ? ਇਹ ਤੁਸੀਂ ਸਾਡੇ ਤੋਂ ਨਾ ਮਾੜੋ। 2 ਮਹੀਨੇ ਪਹਿਲੇ ਕਦੋਂ ਕਿਹਾ ਅਸੀਂ ਤੁਹਾਨੂੰ? ਤੁਸੀਂ ਮੇਰੀ ਗੱਲ ਸੁਣੋ, ਕੱਲ ਰਾਤ ਤੱਕ ਇਹ ਗੱਲ ਨਹੀਂ ਸੀ ਵੀ ਸਾਡੇ ਕੋਲ ਝਾਕੀਆਂ। ਤਿਆਰੀਆਂ ਮਤਲਬ ਤਿਆਰੀਆਂ ਮਤਲਬ ਤੁਸੀਂ ਫਿਰ ਕੁਝ ਵੀ ਬੋਲ ਦੋਗੇ ਯਾਰ, ਇਸ ਤਰ੍ਹਾਂ ਥੋੜੀ ਗੱਲ ਹੈਗੀ ਆ ਯਾਰ। ਬੜੀ ਸਿਵਲ, ਆਪਣੀ ਬਿਲਕੁਲ ਸਿਵਲ ਗੱਲ ਕਰੀਏ ਆਪਾਂ। ਤੁਸੀਂ ਕੱਲ ਰਾਤ ਤੱਕ ਕੋਈ ਝਾਕੀਆਂ ਦੀ ਗੱਲ ਨਹੀਂ ਹੋਈ, ਕੁਝ ਨਹੀਂ ਹੋਇਆ ਗੱਲ, ਠੀਕ ਹੈ ਜੀ, ਕੋਈ ਗੱਲ ਨਹੀਂ ਹੋਈ। ਸਰ ਐਟ ਦੀ ਸਪੋਰਟ ਚਾਕੀ ਥੋੜੀ ਆਂਦੀ ਆ, ਪਹਿਲਾਂ ਦੱਸਣਾ ਪੈਂਦਾ, ਸਾਈ ਵਧਾਈ ਪਹਿਲਾਂ ਕਰਨੀ ਪੈਂਦੀ ਆ। ਇਹ ਕੋਈ ਮੈਂ ਦੇ ਦਿੱਤੀ ਹੈ, ਠੀਕ ਹੈ ਜੀ। ਤੁਹਾਨੂੰ ਮੈਂ ਕੱਲ ਵੀ ਇਹ ਕਿਹਾ ਸੀ, ਅੱਜ ਵੀ ਇਹੀ ਕਹਿ ਰਿਹਾ, ਮੈਂ ਲਾਅ ਐਂਡ ਆਰਡਰ ਮੇਨਟੇਨ ਕਰਨਾ। ਤੁਸੀਂ ਲੰਗਰ ਲਾਣਾ ਜੀ ਸਦਕੇ ਲਾਓ, ਕੋਈ ਉਹਦੇ ਵਿੱਚ ਪ੍ਰੋਬਲਮ ਨਹੀਂ। ਚਲੋ ਯਾਰ ਆਪਾਂ ਸਟੇਜ ਲਾ ਕੇ ਇੱਧਰਲੇ ਪਾਸੇ ਬੈਠੇ, ਆਪਾਂ ਲੰਗਰ ਲਾਓ ਭਾਜੀ। ਇਹ ਨਹੀਂ ਭਾਜੀ, ਫਿਰ ਅਸੀਂ ਸਟੇਜ ਨਹੀਂ ਲਾਉਂਦੇ, ਅਸੀਂ ਸਾਡੇ ਬੈਂਚ ਲੱਗਣ ਲੱਗੇ ਜੀ, ਉਹਨੂੰ ਤੁਸੀਂ ਥੋੜੀ ਰੋਕ ਸਕਦੇ ਹੋ। ਤੁਸੀਂ ਬੈਂਚਾਂ ਨੂੰ ਥੋੜੀ ਰੋਕ ਸਕਦੇ ਤੁਸੀਂ ਭਾਜੀ। ਤੁਸੀਂ ਆਪਣਾ ਉੱਥੇ ਲੰਗਰ ਲਾਣਾ ਬੇਸ਼ੱਕ ਲਾਓ ਭਾਜੀ, ਲੰਗਰ ਲੱਗੂਗਾ ਜਾਂ ਮਹਾਰਾਜ ਦਾ ਗੁਣਗਾਨ ਹੋਊਗਾ ਜਾਂ ਕੁਛ ਇਹ ਹੋਊਗਾ। ਗੁਣਗਾਨ ਤੁਸੀਂ ਫਿਰ ਏਦਾਂ ਹੀ ਸਪੀਕਰ 'ਚ ਨਹੀਂ ਕਰਨਾ, ਤੁਸੀਂ ਉਦਾਂ ਕਰੋ, ਮਹਾਰਾਜ ਦਾ ਕਰੋ, ਅਸੀਂ ਵੀ ਤੁਹਾਡੇ ਨਾਲ ਕਰਦੇ ਹਾਂ, ਦੱਸੋ ਅਸੀਂ ਵੀ ਕਰ ਲੈਂਦੇ। ਕੋਈ ਨਾ ਮੋਨੂੰ ਫਿਰ ਲਾ, ਕੋਈ ਗੱਲ ਨਹੀਂ, ਆਪਾਂ ਠੀਕ ਆ, ਆਪਾਂ ਮੈਕ ਨਹੀਂ ਲਾਉਂਦੇ ਜੀ, ਠੀਕ ਹੈ ਜੀ, ਕੋਈ ਗੱਲ ਨਹੀਂ। ਦੇਖੋ ਸਟੇਜ ਨਹੀਂ ਲੱਗਣੀ, ਸਪਸ਼ਟ ਸਟੇਜ ਕਹਿ ਨਹੀਂ ਰਹੇ ਜੀ, ਅਸੀਂ ਟੇਬਲ ਲਾਉਣ ਲੱਗੇ ਆ ਜੀ। ਕੋਈ ਸਾਡਾ ਉਸ ਰਾਹ 'ਚ obstruction ਨਹੀਂ ਹੋਏਗੀ ਤੁਹਾਡੀ। ਸਰ ਇਹਦਾ ਮਤਲਬ ਤੁਹਾਡਾ ਕਹਿਣ ਦਾ ਮਤਲਬ ਫਿਰ ਇਹੀ ਆ ਜੀ ਕਿ ਸਾਨੂੰ ਅਸੀਂ ਮਤਲਬ ਤੁਸੀਂ ਚੱਕ ਕੇ ਇੱਕ ਤਰ੍ਹਾਂ ਦਾ ਬਾਹਰ ਕੱਢ ਦਿਓ, ਅਸੀਂ ਬਾਹਰ ਨਿਕਲ ਜਾਂਦੇ। ਗੱਲ ਤਾਂ ਇਹੀ ਆ ਨਾ ਭਾਜੀ ਫਿਰ। ਹਾਂਜੀ ਭਾਜੀ, ਅਸੀਂ ਪਬਲਿਕ ਨਾਲ ਕਰ ਹੀ ਨਹੀਂ ਰਹੇ, ਇਸ ਤੇ ਸਾਈਡ ਤੇ ਲਾ ਰਹੇ ਪਬਲਿਕ। ਭਾਜੀ ਹਾਂ ਬਸ ਫਿਰ ਗੱਲ ਖਤਮ ਯਾਰ, ਰੱਸੀ ਤੋਂ ਪਰੇ ਲਾ ਲਓ ਫਿਰ ਤੁਸੀਂ ਵੀ। ਆਪਾਂ ਠੀਕ ਆ ਭਾਜੀ ਫਿਰ, ਠੀਕ ਆ ਭਾਜੀ, ਠੀਕ ਆ ਓਕੇ, ਠੀਕ ਆ। ਬਿਲਕੁਲ ਆਪਾਂ ਅੱਜ ਵੀ ਡਿਪਟੀ ਸਾਹਿਬ ਤੁਹਾਡੇ ਨਾਲ ਖੜੇ ਆ, ਆਪਾਂ ਵੀ ਤੁਹਾਡੇ ਕਰਕੇ ਮੈਂ ਜਾਣਾ ਹੀ ਨਹੀਂ, ਮੈਂ ਇੱਥੇ ਹੀ ਆ। ਨਹੀਂ ਮੈਂ ਇੱਥੇ ਹੀ ਖੜਾ। ਮੈਂ ਕਹਿੰਦਾ ਥੈਂਕ ਯੂ ਫੋਲਾ, ਤੁਹਾਡੇ ਲਈ ਆਪਾਂ ਖੜੇ ਆ। ਲਾਓ ਸਾਈਡ ਤੇ लाओ। लाओ यार। अरे मैं प्रशासन की बात कर रहा हूँ, मैं प्रशासन की बात कर रहा हूँ, मैं अपनी बात नहीं कर रहा हूँ।
प्रशासन पर बहुत सा दबाव होता है लॉ एंड ऑर्डर को मेंटेन करने की। सबसे बड़ी प्राथमिकता उनकी ये होती है कि शहर में माहौल खराब ना हो। अगर एसडीएम साहब ने हमारे संगठन को परमिशन दी है तो कुछ सोच समझ कर ही दी है। वो इतने बड़े अफसर हैं, डीएसपी साहब ने हमें परमिशन दी है, वो सारे शहर के लॉ एंड ऑर्डर को मेंटेन कर रहे हैं, तो उन्होंने कुछ देखा होगा तभी हमें परमिशन दी है। तो ये सवाल तो आप उनसे पूछिए जिन प्रशासन, देखिए ये इसका जवाब हमसे बेहतर प्रशासन के जो चुनिंदा अफसर बैठे हैं, जो एसडीएम साहब। देखिए ऐसे कैसे, प्रशासन तो यहीं पर है, प्रशासन यहीं पर है सर। सामने बोलने से डीएसपी साहब भी भाग रहे हैं। सर मैं तो नहीं भाग रहा, मैं एक जिम्मेवार सिटीजन हूँ इस शहर का, और आपको 2 महीने से ये परमिशन लगी हुई है हमारे बारे में। अगर आपको ऐसी कोई, हमने कोई प्रेस कॉन्फ्रेंस की, हमें बिल्कुल सर आप मेरे को ये कह रहे हैं कि उन्होंने प्रेस कॉन्फ्रेंस की, उनको क्या जरूरत थी प्रेस कॉन्फ्रेंस करने की। हमने प्रशासन को स्पष्ट शब्दों में बोल दिया था, पिछली बार भी हमने एसडीएम साहब जब श्री कुलप्रीत सिंह थे, उनको हमने स्पष्ट बोल दिया था, सर अगर आप हमें मंजूरी दोगे, परमिशन दोगे, तभी हम कार्यक्रम करवाएंगे। एक मिनट सर, अगर सुनिए सर, पंडित जी पहले मेरी बात कंप्लीट होने दीजिए, क्योंकि हम कानून के दायरे में रहकर ही काम करेंगे। जो भी काम करेंगे हम कानून के दायरे में रहकर करेंगे, और प्रशासन की मंजूरी के बिना हम कोई कार्यक्रम नहीं करेंगे। अगर आप हमें मंजूरी नहीं दोगे तो हम कार्यक्रम नहीं करवाएंगे। अब क्या लग रहा है जोगिंदर जी आपको, आप हिंदू धर्म के प्रमुखता से आप जो है आप त्योहार को मनाते हैं, जागरण करते हैं, सब कुछ करते हैं, आप इस ग्राउंड में वही लोग उनको देखने वाले होंगे, वही लोग आपके चेहरे को देखने वाले होंगे। क्या लगता है करीब वाला मामला है कि आप बैठ करके इसका समाधान नहीं कर सकते? क्या बुद्धिजीवी भी है? पंडित जी मैं आपकी बात का समर्थन करता हूँ। कम से कम आपने तो कहा कि आप इतने धार्मिक कार्यक्रम करवाते हो, ये आपकी नॉलेज में भी है कि रविंदर गुप्ता इतने सालों से धार्मिक कार्यक्रम करवा रहा है। तो आज नए बंदे उठ जाएं और बिना परमिशन के आकर के कार्यक्रम में विघ्न डालें, तो आप क्या चाहते हो? लॉ एंड ऑर्डर को बिगाड़ना चाहते हो आप? प्रशासन ਅੱਜ ਜੋ ਓਂਕਾਰ ਨਗਰ ਦੇ ਵਿੱਚ ਦੁਸ਼ਹਿਰੇ ਦਾ ਪ੍ਰੋਗਰਾਮ ਸੀ, ਜਿਸ ਦੇ ਵਿੱਚ ਅਸੀਂ ਜੋ ਇਹਨਾਂ ਦਾ ਸੰਗਠਨ ਸਰਵੱਟਾ ਜੀ, ਮੱਟੂ ਜੀ ਔਰ ਇਹਨਾਂ ਦੀ ਟੀਮ ਵੱਲੋਂ ਜਿਹੜਾ ਦੁਸ਼ਹਿਰੇ ਪ੍ਰੋਗਰਾਮ ਦੇ ਵਿੱਚ ਮਹਾਤਮਾ ਰਾਮਨ ਜੀ ਜਾਂ ਕੁੰਭਕਰਨ ਦੀ ਮੇਘਨਾਥ ਜੀ ਦਾ ਪੁਤਲਾ ਸਾੜਨਾ ਸੀ, ਜਿਸ ਦੇ ਵਿੱਚ ਮੈਂ ਇੱਕ ਗੱਲ ਸੋਚਦਾ ਕਿ ਜਿਹੜਾ ਫੰਕਸ਼ਨ ਸ਼ਾਂਤੀਮਈ ਬੜਾ ਸੋਹਣਾ ਹੋ ਰਿਹਾ ਸੀ, ਜਿਸ ਦੇ ਵਿੱਚ ਦੂਜੀ ਕੋਈ ਪਾਰਟੀ ਹੈ ਜਿਹਨੇ ਪਰਮਿਸ਼ਨ ਲਈ ਪਈ ਸੀ ਸ਼ਾਇਦ, ਤੇ ਪਰਮਿਸ਼ਨ ਹੈ ਵੀ ਸੀ ਉਹਨਾਂ ਕੋਲ, ਪਰ ਉਸ ਦਾ ਜਿਹੜਾ ਕੱਲ ਪ੍ਰਸ਼ਾਸਨ ਨੇ ਪੂਰਾ ਜ਼ੋਰ ਲਾਇਆ ਸੀਗਾ ਕਿ ਅਸੀਂ ਜਿਹੜੇ ਦੋਵੇਂ ਧਿਰਾਂ ਆਪਸ ਦੇ ਵਿੱਚ ਮਿਲ ਕੇ ਜਿਹੜਾ ਇਹ ਦੁਸ਼ਹਿਰਾ ਜਿਹੜਾ ਬੜਾ ਵਧੀਆ ਬਣਾਇਆ ਜਾਵੇ। ਪਰ ਦੂਜੇ ਪਾਸੇ ਉਹਨਾਂ ਦੇ ਮਨਸ਼ਾ ਨਹੀਂ ਸੀ ਦਿਲ ਦੇ ਵਿੱਚ ਕਿ ਇਹਨਾਂ ਨਾਲ ਰਲ ਕੇ ਬਣਾਇਆ ਜਾਵੇ। ਪਰ ਹੁਣ ਜਿਹੜਾ ਸੰਸਕਾਰ ਆ ਜਿਹੜਾ ਰਾਵਣ ਦਾ, ਉਸ ਦੇ ਵਿੱਚ ਜਿਹੜੀ ਹੁਣ ਕਿ ਹੁਣ ਜੇ ਅਸੀਂ ਚਾਹੁੰਦੇ ਹਾਂ ਕਿ ਇੱਕ ਤਾਂ ਸੂਰਜ ਛਿਪ ਚੁੱਕਾ, ਔਰ ਇਸ ਦੇ ਵਿੱਚ ਅਸੀਂ ਸਾਰੇ ਸੰਗਠਨ ਨੇ ਇੱਕ ਆਪਣੀ ਜਿਹੜੀ ਰਾਏ ਕੀਤੀ ਆ ਕਿ ਹੁਣ ਪ੍ਰਸ਼ਾਸਨ ਇਸ ਪੁਤਲੇ ਦਾ ਰਾਵਣ ਦਾ ਆਪ ਹੀ ਰਖਵਾਲੀ ਕਰੇ, ਕਿਉਂਕਿ ਅਸੀਂ ਇਸ ਟਾਈਮ ਇਹਨੂੰ ਅਗਨੀ ਭੇਟ ਨਹੀਂ ਕਰ ਸਕਦੇ। ਜੇਕਰ ਅਸੀਂ ਅਗਨੀ ਭੇਟ ਕਰਦੇ ਹਾਂ ਤਾਂ ਫਿਰ ਮਰਿਆਦਾ ਦੇ ਖਿਲਾਫ, ਔਰ ਸਭ ਤੋਂ ਵੱਡੀ ਗੱਲ ਹੈ ਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਸੰਵਿਧਾਨ ਦੇ ਖਿਲਾਫ ਵੀ ਇਹ ਜਿਹੜਾ ਅੱਜ ਜਿਹੜਾ ਧੱਕਾ ਹੋਇਆ, ਜਿਸ ਦੇ ਵਿੱਚ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੀ ਬਹੁਤ ਵੱਡੀ ਗਲਤੀ ਹੈ। ਇਹਦੇ ਪਿੱਛੇ ਕਿਹਨੂੰ ਲਾਪਰਵਾਹ ਮੰਨਦੇ? ਦੇਖੋ ਮੈਂ ਇਸ ਗੱਲ ਨੂੰ ਲਾਪਰਵਾਹ ਇਹ ਹੋ ਜਾਂਦਾ ਕਿ ਮਿਸਗਾਈਡ ਸ਼ਾਇਦ ਹੋ ਗਏ ਆ, ਜਾਂ ਪ੍ਰਸ਼ਾਸਨ ਮਿਸਗਾਈਡ ਹੋ ਗਿਆ, ਜਾਂ ਰਾਜਨੀਤੀ ਦਬਾਅ ਦੇ ਵਿੱਚ ਹੋ ਗਿਆ। ਮੈਂ ਇਹਨੂੰ ਪ੍ਰਭਾਵ ਨਹੀਂ ਮੰਨਦਾ, ਪਰ ਜੇ ਪ੍ਰਸ਼ਾਸਨ ਚਾਹੁੰਦਾ ਆਪਣੀ ਜਿਹੜੀ ਡਿਊਟੀ ਜਿਹੜੀ ਆਪਣੇ ਫਰਜ਼ ਦੇ ਹਿਸਾਬ ਕਰਾਉਂਦਾ, ਤੇ ਸ਼ਾਇਦ ਇਹ ਮਾਹੌਲ ਜਿਹੜਾ ਅੱਜ ਜੋ ਮਤਲਬ ਹੋ ਰਹੀ ਬੇਅਦਬੀ ਹੋ ਰਹੀ ਆ ਓਂਕਾਰ ਨਗਰ ਦੇ ਵਿੱਚ, ਸ਼ਾਇਦ ਇਹ ਨਾ। ਸਰ ਜਿਹੜਾ ਰਾਤੀ ਤੁਹਾਡੀ ਮੀਟਿੰਗ ਹੋਈ ਸੀ, 2 ਘੰਟੇ ਮੀਟਿੰਗ ਚੱਲੀ ਹੈ ਡੀਐਸਪੀ ਸਾਹਿਬ ਨਾਲ ਔਰ ਐਸਐਚਓ ਸਾਹਿਬ ਨਾਲ, ਤੇ ਉਹਦਾ ਕੀ ਮਤਲਬ ਕੀ ਹੈ? ਉਹਦੇ ਵਿੱਚ ਇਹ ਗੱਲ ਕੰਪਰੋਮਾਈਜ਼ ਹੋ ਗਿਆ ਸੀ ਕਿ ਜਿਹੜਾ ਖਰਚਾ ਵਾ ਜਿਹੜਾ ਅੱਧੋ-ਅੱਧ ਹੋ ਜਾਏਗਾ, ਔਰ ਜਿਹੜਾ ਭਗਵਾਨ ਸ਼੍ਰੀ ਰਾਮ ਜੀ ਦਾ ਬੈਨਰ ਲੱਗੇਗਾ, ਜਿਸ ਦੇ ਵਿੱਚ ਕਿਸੇ ਵੀ ਪੋਲੀਟੀਕਲ ਬੰਦੇ ਦਾ ਬੈਨਰ ਨਹੀਂ ਲੱਗੇਗਾ। ਪਰ ਸਵੇਰੇ ਸਭ ਕੁਝ ਉਲਟ ਹੋ ਗਿਆ। ਅਸੀਂ ਸਵੇਰ ਤੋਂ ਪ੍ਰਸ਼ਾਸਨ ਨਾਲ ਵੀ ਰਾਬਤਾ ਕਰ ਰਹੇ ਸੀਗੇ ਔਰ ਐਡਮਿਨਿਸਟ੍ਰੇਸ਼ਨ ਨਾਲ ਵੀ ਕਰ ਰਹੇ ਹਾਂ, ਪਰ ਮੈਨੂੰ ਲੱਗਦਾ ਸ਼ਾਇਦ ਕਿਤੇ ਨਾ ਕਿਤੇ ਧੱਕਾ ਜ਼ਰੂਰ ਹੈ। ਪੁਤਲੇ ਜਿਹੜੇ ਪਿੱਛੇ ਤੁਹਾਡੇ 2 ਪੁਤਲੇ ਪਏ ਉਹ ਕਿਹੜੇ ਆ? ਜਿਹੜੇ ਪਿੱਛੇ ਪਏ ਆ ਪੁਤਲੇ, ਇੱਕ ਰਾਵਣ ਦਾ ਜੀ ਤੇ ਕੁੰਭਕਰਨ ਦਾ। ਤੇ ਜਿਹੜਾ ਇਹਨਾਂ ਵੱਲੋਂ ਜਲਾਇਆ ਗਿਆ ਉਹ ਕਿਹੜਾ ਵਾ? ਮੈਂ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਦੇਖਿਆ ਕਿ ਰਾਵਣ ਦੇ ਸਿਰ ਜਿਹੜੇ ਆ ਉਹ 10 ਗਿਣੇ ਜਾਂਦੇ ਆ, ਪਰ ਮੈਨੂੰ ਲੱਗਦਾ ਇਹਨਾਂ ਨੇ ਇੱਕੋ ਹੀ ਸਿਰ ਨੂੰ ਅਗਨੀ ਲਾਤੀ। ਮੈਨੂੰ ਲੱਗਦਾ ਸ਼ਾਇਦ ਉਹ ਰਾਵਣ ਦਾ ਪੁਤਲਾ ਨਹੀਂ ਸੀ। ਕੀ ਮੰਗ ਕਰਦੇ ਹੋ ਤੁਸੀਂ? ਮੈਂ ਪ੍ਰਸ਼ਾਸਨ ਤੋਂ ਇੱਕ ਹੀ ਮੰਗ ਕਰਦਾ ਕਿ ਜੋ ਇਹ ਧੱਕਾ ਹੋਇਆ, ਵਿਘਨ ਹੋਇਆ, ਇਹਨੂੰ ਹੁਣ ਪ੍ਰਸ਼ਾਸਨ ਆਪ ਹੈਂਡਲ ਕਰੇ, ਔਰ ਜਿਹੜੇ ਪੁਤਲੇ ਪਏ ਆ ਇਹ ਪ੍ਰਸ਼ਾਸਨ ਰਖਵਾਲੀ ਕਰੇ। ਜੇਕਰ ਪੁਤਲੇ ਨੂੰ ਕੋਈ ਕਿਸੇ ਤਰ੍ਹਾਂ ਦੀ ਵੀ ਹਾਨੀ ਪਹੁੰਚਦੀ ਆ ਤਾਂ ਪ੍ਰਸ਼ਾਸਨ ਜ਼ਿੰਮੇਵਾਰ।